ਜਦੋਂ ਮੈਂ ਸਪੇਨ ਦਾ ਜ਼ਿਕਰ ਪੜ੍ਹਿਆ ਸੀ ਤਾਂ ਉੱਥੇ ਲਿਖਿਆ ਹੋਇਆ ਸੀ ਗੁਰੂ ਨਾਨਕ ਦੇਵ ਜੀ ਜਾਂ ਸਪੇਨ ਗਏ ਨੇ। ਜਿੱਥੇ ਜਿੱਥੇ ਗਏ ਆ, ਇੱਕ ਜਗ੍ਹਾ ਦੇ ਉੱਤੇ ਗੁਰੂ ਨਾਨਕ ਦੇਵ ਜੀ ਨੇ ਇੱਕ ਪੱਥਰ ਦੇ ਉੱਤੇ ਥੜਾ ਬਣਿਆ, ਉਹ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਮੂਲ ਮੰਤਰ ਲਿਖਿਆ ਹੋਇਆ। ਮੇਰੀ ਇੱਛਾ ਸੀ ਕਿ ਜਦੋਂ ਮੈਂ ਕਿਤੇ ਬਾਹਰ ਗਿਆ ਮੈਂ ਖੋਜ ਕਰਾਂਗਾ। ਜਦੋਂ ਮੈਂ ਇਟਲੀ ਗਿਆ ਤੇ ਇਟਲੀ ਤੋਂ ਸਪੇਨ ਗਿਆ, 3 ਦਿਨ ਰਹਿ ਕੇ ਮੈਂ ਵਾਪਸ ਮੁੜ ਆਇਆ। ਕਿਸੇ ਸਿੰਘ ਨੇ ਕਥਾ ਲਾਈ ਹੋਈ ਸੀ ਦੁਕਾਨ ਦੇ ਵਿੱਚ, ਉਹਨਾਂ ਕੋਲ ਇੱਕ ਕੋਈ ਸੰਤ ਹੈਗੇ ਜਿਹੜੇ ਉਧਰਲੇ ਗੋਰੇ, ਉਹ ਕਾਫੀ ਬੰਦਗੀ ਵਾਲੇ ਸੀ ਤੇ ਉਹ ਕਥਾ ਸੁਣਦੇ ਸੁਣਦੇ ਕਹਿੰਦੇ, ਮੇਰੀ ਫੋਟੋ ਦੇਖ ਕੇ ਕਹਿੰਦੇ ਉਹਦੀ ਦੁਕਾਨ ਤੇ ਉਹ ਸਿੰਧੀ ਵੀਰ ਸੀਗਾ, ਕਹਿੰਦੇ ਵੀ ਇਹ ਬੰਦਾ ਮਿਲ ਸਕਦਾ? ਕਹਿੰਦੇ ਮਿਲ ਸਕਦਾ ਜੀ, ਇਟਲੀ ਆਇਆ। ਕਹਿੰਦੇ ਇਹਨੂੰ ਉੱਥੋਂ ਬੁਲਾਓ, ਇਹ ਗੁਰੂ ਨਾਨਕ ਦੇਵ ਜੀ ਦਾ ਸਥਾਨ ਲੱਭ ਰਿਹਾ ਇੱਥੇ, ਇਹਨੂੰ ਮੈਂ ਦੱਸੂਗਾ ਵੀ ਗੁਰੂ ਨਾਨਕ ਦੇਵ ਜੀ ਇੱਥੇ ਕਿੱਥੇ ਆਏ ਸੀਗੇ। ਕਹਿੰਦਾ ਜਦੋਂ ਮੈਂ ਮੈਡੀਟੇਸ਼ਨ ਕਰਦਾ ਬੈਠ ਕੇ ਉਸ ਥਾਂ ਤੇ ਤਾਂ ਮੈਨੂੰ ਉਹ ਸਾਹਮਣੇ ਖੜੇ ਨਜ਼ਰ ਆਉਂਦੇ ਨੇ ਹਮੇਸ਼ਾ। ਇਹ ਇੱਕ ਬੜੀ ਮੇਰੇ ਲਈ ਹੈਰਾਨਗੀ ਦੀ ਗੱਲ ਸੀ। ਉਸ ਵਕਤ ਸਾਧ ਸੰਗਤ ਮੈਂ ਫੇਰ ਬਾਈਅਰ ਜਾ ਪਹੁੰਚਿਆ ਉੱਥੇ ਉਹ ਕੁੱਲ ਟੋਟਲ 7 ਦੇ ਕਰੀਬ ਮਹਾਤਮਾ ਨੇ ਉਧਰਲੇ ਈਸਾਈ ਮਤ ਵਾਲੇ। ਉਹ ਮੈਨੂੰ ਲੈ ਕੇ ਉਸ ਸਥਾਨ ਤੇ ਗਏ। ਉਹ ਪਹਾੜੀਆਂ ਦੇ ਵਿੱਚ ਜਾ ਕੇ ਬੜਾ ਉੱਚਾ ਚੜ੍ਹ ਕੇ ਜਾ ਕੇ ਇੱਕ ਚਰਚ ਹੈ 1500 ਸਾਲ ਪੁਰਾਣਾ। ਉੱਥੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਘੱਟੋ ਘੱਟ 20-50 ਸਾਧੂਆਂ ਦੇ ਸਮੇਤ ਪਹੁੰਚੇ ਸੀ, ਜਾ ਕੇ ਚਰਚਾ ਕੀਤੀ ਸੀ। ਉਹਨਾਂ ਦੇ ਜਾਣ ਦਾ ਮਕਸਦ ਸੀ ਕਿ ਸਮਾਂ ਪਾ ਕੇ ਹੌਲੀ ਹੌਲੀ ਪਿਓਰ ਜਿਹੜੀ ਗੁਰਮਤ ਗੁਰੂ ਤੋਂ ਮਿਲੀ ਹੁੰਦੀ, ਕੋਈ ਵੀ ਕਿਸੇ ਨੂੰ ਮਤ, ਉਹਦੇ ਵਿੱਚ ਆਪਣੀ ਮਤ ਦੇ ਮੁਤਾਬਕ ਰਲਾ ਹੋਣਾ ਸ਼ੁਰੂ ਹੋ ਜਾਂਦਾ ਹੈ। ਇਹ ਕੂੜ ਕਬਾੜ ਜਿਹਾ ਪੈ ਹੀ ਜਾਂਦਾ ਜਿਵੇਂ ਹੁਣ ਪਿਆ ਹੋਇਆ ਆਪਣੇ 'ਚ। ਇਸ ਵਕਤ ਸੱਚੇ ਪਾਤਸ਼ਾਹ ਉੱਥੇ ਜਦੋਂ ਪਹੁੰਚੇ, ਚਰਚਾ ਕਰਕੇ ਸਹੀ ਮਾਰਗ ਦਰਸਾਏ ਸਤਿਗੁਰੂ ਨਾਨਕ ਸਾਹਿਬ ਨੇ। ਇੱਕ ਵਾਰ ਮੈਂ ਪਹਿਲਾਂ ਜਾ ਕੇ ਵੈਸੇ ਦਰਸ਼ਨ ਕਰਿਆ ਸੀ ਉਸ ਸਥਾਨ ਤੇ, ਉੱਤੇ ਜਾਣ ਦੀ ਮੇਰੀ ਹਿੰਮਤ ਨਹੀਂ ਪਈ, ਕਿਉਂ ਬੜਾ ਉੱਚਾ ਸੀ, ਸਰੀਰ ਭਾਰਾ ਸੀ, ਜਾਣ ਨੂੰ ਮੈਨੂੰ ਔਖਾ ਲੱਗਦਾ ਸੀ। ਜਦੋਂ ਉਹਨਾਂ 7 ਮਹਾਤਮਾ ਦੇ ਨਾਲ ਅਸੀਂ ਗਏ, ਉਧਰਲੇ ਸੰਤ, ਜਿਹੜਾ ਗੇਟ ਬੰਦ ਸੀ ਜਿੱਥੇ ਨਾਕਾ ਜਿਹਾ ਲੱਗਿਆ ਹੁੰਦਾ ਵੀ ਗੱਡੀਆਂ ਇੱਥੇ ਪਾਰਕਿੰਗ ਕਰੋ ਤੇ ਤੁਰ ਕੇ ਜਾਓ, ਉਹ ਸੰਤਾਂ ਨੇ ਕਿਹਾ ਵੀ ਇਹ ਸੰਤ ਇੰਡੀਆ ਤੋਂ ਆਏ ਨੇ, ਆਪਣਾ ਚੱਕ ਦੋ ਡੰਡਾ ਜਿਹਾ ਤੇ ਸਿੱਧਾ ਉੱਪਰ ਜਾਣਾ, ਅਸੀਂ ਇਹਨਾਂ ਨੂੰ ਉੱਤੇ ਲੈ ਕੇ। ਉਹ ਗੱਡੀ 'ਚ ਫਿਰ ਉੱਤੇ ਲੈ ਗਏ ਬਿਲਕੁਲ ਸਿਰੇ ਤੇ। ਹਾਂ, ਜਿਹੜੀਆਂ ਉੱਥੇ ਥੋੜੀ ਜਿਹੀ ਹੋਰ ਉਚਾਈ ਸੀ ਅਸੀਂ ਤੁਰ ਕੇ ਗਏ। ਜਦੋਂ ਉਸ ਖੇਤਰ ਦੇ ਵਿੱਚ ਐਨ ਐਂਟਰ ਹੋ ਗਏ ਤਾਂ ਮੇਰੇ ਸੁਭਾਵਕ ਹੀ ਜਿਵੇਂ ਗੁਰੂ ਨਾਨਕ ਸਾਹਿਬ ਦੇ ਵਾਕਈ ਚਰਨ ਪਏ ਸੀ, ਤਾਂ ਮੇਰੇ ਸਰੀਰ ਵਿੱਚ ਵੀ ਅਸਰ ਹੋਇਆ। ਮੈਂ ਆਪਣੇ ਆਪ ਹੀ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਪਿਆ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਕੁਛ ਆਨੰਦ ਅਨੁਭਵ ਹੋਇਆ। ਜਦੋਂ ਅੰਦਰ ਜਾ ਕੇ ਬੈਠੇ ਵੀ ਮੈਂ ਉਹ ਥਾਂ ਦੇਖਣੀ ਹੈ, ਉਹ ਕਹਿੰਦੇ ਇਹੀ ਥਾਂ ਹੈ, ਇੱਥੋਂ ਬਹੁਤ ਥੱਲੇ ਤੱਕ ਕਿੰਨੇ 100 ਪੌੜੀਆਂ ਜਾਂਦੀਆਂ ਥੱਲੇ ਨੂੰ। ਇੱਥੇ ਹੀ ਮਹਾਰਾਜ ਨੇ ਚਰਚਾ ਕੀਤੀ ਸੀ। ਉਸ ਜਗ੍ਹਾ ਦੇ ਉੱਤੇ ਜਾ ਕੇ ਜਦੋਂ ਅਸੀਂ ਬੈਠੇ, ਸਾਧ ਸੰਗਤ ਬਸ ਬੈਠਣ ਤੋਂ 2 ਮਿੰਟ ਬਾਅਦ ਹੀ ਸਮਾਧੀ ਲੱਗ ਗਈ। ਇਹ ਇੱਕ ਨਿਸ਼ਾਨੀ ਹੁੰਦੀ ਹੈ, ਐਸੀ ਸਮਾਧੀ ਲੱਗੀ ਜਾਣੀ ਆਪਣੇ ਆਪ ਹੀ ਲੱਗ ਗਈ। ਜੇ ਮੈਂ ਜ਼ੋਰ ਵੀ ਪਾਉਂਦਾ ਨਾ, ਮੈਂ ਉਹਨੂੰ ਤੋੜ ਨਹੀਂ ਸੀ ਸਕਦਾ। ਇੱਕਦਮ ਜਿਵੇਂ ਮਨ ਇਕਾਗਰ ਹੋ ਗਿਆ। ਅੱਧਾ ਘੰਟਾ ਉੱਥੇ ਇੰਨੇ ਗੋਰੇ ਇਕੱਠੇ ਹੋ ਗਏ, ਸਿੰਘ ਸਾਰੇ ਗਏ ਜਿੰਨੇ ਨਾਲ, ਸਾਰੇ ਸਮਾਧੀ ਲਾ ਕੇ ਬੈਠੇ। ਮੈਂ ਸਭ ਨੂੰ ਪੁੱਛਿਆ ਵੀ ਤੇਰੇ ਤੇ ਕੀ ਅਸਰ ਹੋਇਆ? ਇੱਕ ਸਿੰਘ ਕਹਿੰਦਾ ਵੀ ਵਿਸ਼ੇ ਵਿਕਾਰ ਜੇ ਐਂ ਲੱਗਦੇ ਸੀ ਹੈ ਨਹੀਂ ਗੇ। ਕੋਈ ਕਹਿੰਦਾ ਮਨ ਮੇਰਾ ਬਿਲਕੁਲ ਟਿਕ ਗਿਆ, ਫੁਰਨੇ ਹੀ ਬੰਦ ਹੋ ਗਏ ਮੇਰੇ। 2 ਦਿਨ ਤੱਕ ਉਹ ਸਾਧ ਸੰਗਤ ਅਵਸਥਾ ਰਹੀ। ਮੈਂ ਉਹ ਸਿੰਘ ਨੂੰ ਕਿਹਾ, ਇੱਥੇ ਭਾਈ ਵੀਰ ਸਿੰਘ ਨੇ ਲਿਖਿਆ ਵੀ ਮੂਲ ਮੰਤਰ ਗੁਰੂ ਨਾਨਕ ਦੇਵ ਜੀ ਨੇ ਲਿਖਿਆ, ਉਹ ਲੱਭ ਕੇ ਦੇ। ਜਦੋਂ ਮੈਂ ਚਲਿਆ ਗਿਆ ਉੱਥੋਂ ਇੰਗਲੈਂਡ ਨੂੰ, ਤਾਂ ਫਿਰ ਉਹਨਾਂ ਨੇ ਕਾਫੀ ਖੋਜ ਤੋਂ ਬਾਅਦ ਫਿਰ ਮੈਨੂੰ ਉਹਦੀ ਫੋਟੋ ਭੇਜੀ। ਕਹਿੰਦੇ ਉਹ ਥਾਂ ਲੱਭ ਗਈ, ਉਹ ਪੱਥਰ ਵੀ ਲੱਭ ਗਿਆ ਸਾਨੂੰ,
ਪਰ ਉਹ ਤੇ ਮੂਲ ਮੰਤਰ ਨਹੀਂ ਲਿਖਿਆ ਹੋਇਆ ਸੀ, ਉਹ ਤੇ ਇੱਕ ਓੰਕਾਰ ਇੱਕ ਓੰਕਾਰ ਇੱਕ ਓੰਕਾਰ ਇੱਕ ਓੰਕਾਰ ਕਿੰਨੀ ਵਾਰ ਲਾਈਨ ਵਿੱਚ ਲਿਖਿਆ। ਅੱਜ ਵੀ ਉਹ ਪੱਥਰ ਉੱਥੇ ਮੌਜੂਦ ਹੈ, ਉਹਨਾਂ ਨੂੰ ਤਾਂ ਪਤਾ ਨਹੀਂ ਇਹ ਕੀ ਲਿਖਿਆ ਹੋਇਆ, ਪਰ ਆਪਾਂ ਗੁਰਸਿੱਖਾਂ ਨੂੰ ਪਤਾ ਹੈ ਕਿ ਇੱਕ ਓੰਕਾਰ ਲਿਖਿਆ ਹੋਇਆ। ਇਸ ਕਰਕੇ ਗੁਰੂ ਨਾਨਕ ਦੇਵ ਜੀ 2 ਜਗ੍ਹਾ ਤੇ ਉੱਥੇ ਗਏ, ਪਰਉਪਕਾਰ ਇਹ ਕੀਤਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਹਾਜ਼ ਤੇ ਪਾਣੀ ਵਾਲੇ ਜਹਾਜ਼ ਚੱਲਦੇ ਸੀ, ਉਦੋਂ ਗਏ ਜਦ ਗੁਲਾਮਾਂ ਦੇ ਵਿੱਚ ਗਏ ਸੀ, ਉੱਥੋਂ ਦੇ ਰਾਜੇ ਨਾਲ ਵਾਰਤਾਲਾਪ ਕੀਤੀ ਸੀ। ਸਪੇਨ ਵਿੱਚ ਦੂਜਾ ਇੱਕ ਕਿਲਾ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਗਏ, ਜਿੱਥੇ ਸਾਰੇ ਗੁਲਾਮ ਬੰਦ ਕੀਤੇ ਹੋਏ ਸੀ। ਉੱਥੇ ਇੱਕ ਇਸਤਰੀ ਨੂੰ ਕਹਿ ਰਹੇ ਸੀ ਅੱਛੀ ਨਹੀਂ ਹੈ, ਸਾਰੇ ਲੋਕ ਕਹਿੰਦੇ ਮਾੜੀ ਹੈ ਮਾੜੀ ਹੈ, ਕਿਉਂਕਿ ਭਜਨ ਬੰਦਗੀ ਵਾਲਿਆਂ ਨੂੰ ਸਾਰੇ ਮਾੜਾ ਹੀ ਕਹਿੰਦੇ ਹੁੰਦੇ ਆ। ਰਾਜਾ ਵੀ ਕਹੇ ਇਹਨਾਂ ਨੂੰ ਇਹੀ ਸਜ਼ਾ ਦਿਓ, ਇਹ ਕਿਲੇ 'ਚ ਬੰਦ ਕਰਤੇ। ਮਹਾਰਾਜ ਵੀ ਉੱਥੇ ਬੰਦ ਸੀ। ਕਿਲੇ ਦਾ ਦਰਵਾਜ਼ੇ ਦਾ ਜਿੰਦਾ ਐਸਾ ਵੱਜਿਆ ਉਹ ਖੁੱਲੇ ਹੀ ਨਾ। ਸਾਰੇ ਕਹਿੰਦੇ ਇਹ ਦਰਵਾਜ਼ਾ ਹੁਣ ਕਿਵੇਂ ਖੁੱਲੇਗਾ? ਸਤਿਗੁਰੂ ਕਹਿੰਦੇ ਸਾਰੇ ਜਾਣੇ ਵਾਰੀ-ਵਾਰੀ ਇਹ ਜਿੰਦੇ ਨੂੰ ਹੱਥ ਲਾਈ ਜਾਓ, ਜਿਹਦਾ ਹੱਥ ਲੱਗ ਕੇ ਜਿੰਦਾ ਖੁੱਲ ਗਿਆ ਉਹ ਮਹਾਂਪੁਰਖ ਮੰਨਿਆ ਜਾਊਗਾ। ਸਾਰੇ ਲਾਉਂਦੇ ਰਹੇ ਲਾਉਂਦੇ, ਜਿਹੜੀ ਬੀਬੀ ਨੂੰ ਸਾਰੇ ਕਹਿੰਦੇ ਸੀ ਇਹ ਮਾੜੀ ਆ, ਇਹ ਐਂ ਕਰਦੀ ਆ, ਉਹ ਜਦੋਂ ਉਹਨੇ ਹੱਥ ਲਾਇਆ ਉਹ ਜਿੰਦਾ ਖੁੱਲ ਗਿਆ। ਮਹਾਰਾਜ ਜੀ ਕਹਿੰਦੇ ਦੇਖੋ ਇਹ ਹੱਥ ਲਾਉਣ ਨਾਲ ਜਿੰਦਾ ਖੁੱਲਿਆ, ਇਹ ਮਾਮੂਲੀ ਹਸਤੀ ਨਹੀਂ ਹੈ। ਉਸ ਗੱਲ ਤੋਂ ਫਿਰ ਉੱਥੋਂ ਦਾ ਜਿਹੜਾ ਰਾਜਾ ਪ੍ਰਭਾਵਿਤ ਹੋਇਆ, ਗੁਰੂ ਨਾਨਕ ਦੇਵ ਜੀ ਨਾਲ ਚਰਚਾ ਕੀਤੀ। ਮਹਾਰਾਜ ਨੇ ਸਮਝਾਇਆ ਬੰਦੇ ਨੂੰ ਗੁਲਾਮ ਬਣਾਉਣਾ ਠੀਕ ਨਹੀਂ ਹੈ। ਫਿਰ ਮੈਂ ਪ੍ਰਸ਼ਨ ਕੀਤਾ ਵੀ ਇਹ ਤਾਂ ਠੀਕ ਹੈ ਵੀ ਗੁਰੂ ਨਾਨਕ ਦੇਵ ਜੀ, ਚਲੋ ਊਂ ਤਾਂ ਸਾਰੀਆਂ ਬੋਲੀਆਂ ਮਹਾਰਾਜ ਦੀਆਂ ਹੀ ਨੇ, ਮੈਂ ਕਿਹਾ ਵੀ ਰਾਜੇ ਨਾਲ ਫਿਰ ਗੱਲਬਾਤ ਕਿਵੇਂ ਹੋਈ? ਫਿਰ ਕਹਿੰਦੇ ਇੱਥੇ ਇੱਕ ਬੰਦਾ ਸੀ ਲੂਥਰ ਉਹਦਾ ਨਾਮ ਸੀ, ਤੇ ਉਹਨ ਪਰਸ਼ੀਅਨ ਭਾਸ਼ਾ ਗੁਰੂ ਨਾਨਕ ਦੇਵ ਜੀ ਨੂੰ ਆਉਂਦੀ ਸੀ, ਉਹ ਬੰਦੇ ਨੂੰ ਵੀ ਆਉਂਦੀ ਸੀ। ਸਪੈਨਿਸ਼ ਨਹੀਂ, ਪਰਸ਼ੀਅਨ ਭਾਸ਼ਾ ਵਿੱਚ ਗੱਲ ਕਰਕੇ ਉਹ ਸਪੈਨਿਸ਼ ਵਿੱਚ ਰਾਜੇ ਨੂੰ ਦੱਸਦਾ ਸੀ ਸਾਰੀਆਂ ਗੱਲਾਂ। ਰਾਜਾ ਪ੍ਰਭਾਵਿਤ ਹੋਇਆ ਤੇ ਉਹਨ ਸਾਰੇ ਗੁਲਾਮ ਆਜ਼ਾਦ ਕਰ ਦਿੱਤੇ। ਇਹ ਸਾਡੇ ਸਤਿਗੁਰਾਂ ਦਾ ਪਰਉਪਕਾਰ ਹੈ। ਬੜੇ ਥਾਵਾਂ ਤੇ ਗੁਲਾਮਾਂ ਨੂੰ ਜਾ ਕੇ ਛੁਡਾਇਆ ਸਤਿਗੁਰੂ ਸੱਚੇ ਪਾਤਸ਼ਾਹ ਨੇ। 2 ਥਾਂ ਤੇ ਮਹਾਰਾਜ ਸਪੇਨ ਵਿੱਚ ਗਏ, ਤੇ ਇਧਰ ਗ੍ਰੀਸ ਵਿੱਚ ਮਹਾਰਾਜ 8 ਜਗ੍ਹਾ ਦੇ ਉੱਤੇ ਗਏ ਨੇ। ਇਧਰ ਇਹ ਜਾਂ ਵੈਟੀਕਨ ਸਿਟੀ ਪੈਂਦੀ ਹੈ ਰੋਮ ਦੇ ਵਿੱਚ, ਇੱਥੇ ਵੀ ਗੁਰੂ ਨਾਨਕ ਦੇਵ ਜੀ ਗਏ। ਮੈਨੂੰ ਕਿਸੇ ਨੇ ਦੱਸਿਆ ਉੱਥੇ ਰਜਿਸਟਰ ਦੇ ਉੱਤੇ ਮਹਾਰਾਜ ਦੇ ਦਸਖਤ ਵੀ ਨੇ, ਲਿਖਿਆ ਵੀ ਹੋਇਆ। ਅਸੀਂ 1-2 ਵਾਰ ਕੋਸ਼ਿਸ਼ ਕੀਤੀ ਵੀ ਉਹ ਰਜਿਸਟਰ ਸਾਨੂੰ ਮਿਲੇ, ਕਹਿੰਦੇ ਉਹ ਜਿਲਦ ਬਣਾਉਣ ਵਾਸਤੇ ਇੰਗਲੈਂਡ ਗਿਆ ਹੋਇਆ। ਪਿੱਛੇ ਜੇ ਕੀ ਹੋਇਆ ਕਿ USA ਦਾ ਵਿਦੇਸ਼ ਮੰਤਰੀ ਉੱਥੇ ਆਇਆ ਤੇ ਉਹਨੇ ਸਾਰੀ ਗੱਲ ਫਿਰ ਜਾ ਕੇ ਉੱਥੇ ਪਾਰਲੀਮੈਂਟ 'ਚ ਕੀਤੀ ਵੀ ਗੁਰੂ ਨਾਨਕ ਦੇਵ ਜੀ ਉੱਥੇ ਆਏ ਨੇ, ਔਰ ਮੈਂ ਉਹ ਸਾਰਾ ਆਪ ਉਹਨਾਂ ਦੇ ਹੱਥ ਦੀ ਲਿਖਤ ਦੇਖੀ ਹੈ, ਕਿਉਂਕਿ ਜਿਹੜਾ ਵੀ ਵੱਡਾ ਬੰਦਾ ਉੱਥੇ ਆਉਂਦਾ ਉਹ ਸਾਈਨ ਕਰਕੇ ਜਾਂਦਾ। ਉੱਥੋਂ ਦੇ ਪੋਪ ਦੇ ਨਾਲ, ਜਿਹੜਾ ਵੱਡਾ ਪੋਪ ਹੁੰਦਾ ਉਹਦੇ ਨਾਲ ਗੁਰੂ ਨਾਨਕ ਦੇਵ ਦੀ ਬਹੁਤ ਵਾਰਤਾਲਾਪ ਹੋਈ। ਇਹ ਵੀ ਲੂਥਰ ਨੇ ਕਰਵਾਈ ਸੀ। ਵਾਰਤਾਲਾਪ ਦੇ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਸੁਣ ਕੇ ਪੋਪ ਨੂੰ ਕਾਫੀ ਮਹਾਰਾਜ ਨੇ ਗਿਆਨ ਦੀ ਦਾਤ ਬਖਸ਼ਿਸ਼ ਕੀਤੀ ਸੀ। ਜਿਹੜਾ ਸਤਜੁਗ ਦਾ ਗੁਰਮੰਤਰ ਸੀ, ਜਿਹੜਾ ਤ੍ਰੇਤੇ ਦਾ ਗੁਰਮੰਤਰ ਸੀ, ਜਿਹੜਾ ਦੁਆਪੇ ਦਾ ਗੁਰਮੰਤਰ ਸੀ, ਦੁਆਪਰ ਦਾ ਜਿਹੜਾ ਕਲਯੁਗ ਦਾ ਗੁਰਮੰਤਰ ਸੀ, ਇਹਨਾਂ ਗੁਰਮੰਤਰਾਂ ਦੇ ਪਹਿਲੇ ਅੱਖਰ ਲੈ ਕੇ ਮਹਾਰਾਜ ਨੇ ਵਾਹਿਗੁਰੂ, ਔਰ ਇਹ ਵੀ ਲਿਖਿਆ ਕਿ 4 ਅੱਖਰ ਹੀ ਬੀਜ ਮੰਤਰ ਰੂਪ ਨੇ। ਬੀਜ ਮੰਤਰ, ਜਿਵੇਂ ਇੱਕ ਓੰਕਾਰ ਸਾਡਾ ਬੀਜ ਮੰਤਰ ਹੈ, ਇੱਕ ਓੰਕਾਰ ਸਾਡਾ ਬੀਜ ਮੰਤਰ ਆ ਸਾਰਿਆਂ ਦਾ, ਇਦਾਂ ਹੀ ਦੂਜੇ ਧਰਮਾਂ ਦੇ ਵਿੱਚ ਵੀ ਬੀਜ ਮੰਤਰ ਹੁੰਦੇ ਨੇ। ਜਿਹੜੇ ਬੰਦੇ ਬਹੁਤੀ ਜ਼ਿਆਦਾ ਨਹੀਂ ਲੰਬੀ ਪੰਕਤੀ ਪੜ੍ਹਨਾ ਚਾਹੁੰਦੇ, ਉਹਨਾਂ ਨੂੰ ਬੀਜ ਮੰਤਰ ਦੇ ਦਿੰਦੇ ਨੇ, ਤੂੰ ਇਹ ਬੀਜ ਮੰਤਰ ਕੱਲਾ ਕਰੀ ਜਾ ਤੇ ਇਸ ਬੀਜ ਮੰਤਰ ਦੇ ਨਾਲ ਹੀ ਕਿਰਪਾ ਹੋ ਜਾਵੇਗੀ। ਗੁਰੂ ਨਾਨਕ ਦੇਵ ਜੀ ਨੇ ਜਿਹੜੇ ਸਾਨੂੰ ਪਹਿਲੇ 4 ਅੱਖਰਾਂ ਦੀ ਬਖਸ਼ਿਸ਼ ਕੀਤੀ ਹੈ, ਇਹ 4 ਹੀ ਬੀਜ ਮੰਤਰ ਨੇ। ਜਦੋਂ ਅਸੀਂ ਕਿਸੇ ਵੀ ਚੀਜ਼ ਨੂੰ ਸਮਝ ਕੇ ਪਾਠ ਕਰਾਂਗੇ, ਮਹਾਨਤਾ ਦਵਾਂਗੇ ਉਹਨੂੰ ਕਿ ਵਾਹਿਗੁਰੂ ਬਹੁਤ ਵੱਡਾ ਹੈ। 4 ਯੁੱਗਾਂ ਦਾ ਗੁਰਮੰਤਰ ਮਹਾਮੰਤਰ, ਨਾਨਕ ਕਥਾ ਹਰ ਕੇ ਗੁਣ ਗਾਈ। ਫਿਰ ਜਦੋਂ 10ਵੇਂ ਪਾਤਸ਼ਾਹ ਮਹਾਰਾਜ ਦਾ ਸਰਬਲੋ ਪ੍ਰਕਾਸ਼ ਵਿੱਚ ਇਹ ਪੜਿਆ ਕਿ ਜਿਹੜਾ ਵਾਹਿਗੁਰੂ ਮੰਤਰ ਹੈ,
ਵਾਹਿਗੁਰੂ ਮੰਤਰ ਸ੍ਰਿਸ਼ਟੀ ਦੇ ਰਚਣ ਤੋਂ ਪਹਿਲਾਂ, ਜਦੋਂ ਦੁਨੀਆ ਨਹੀਂ ਸੀ ਬਣੀ, ਨਿਰੰਕਾਰ ਪਰਮੇਸ਼ਰ ਜੀ ਨੇ ਸਰਗੁਣ ਰੂਪ ਵਿੱਚ ਹੋ ਕੇ, ਗੁਰੂ ਨਾਨਕ ਰੂਪ ਵਿੱਚ ਹੋ ਕੇ 36 ਯੁੱਗ ਵਰਤੈ ਗੁਬਾਰੈ, ਤਾੜੀ ਲਾਈ ਸਿਰਜਣਹਾਰੈ। 9 ਯੁੱਗ ਤੱਕ ਗੁਰੂ ਨਾਨਕ ਦੇਵ ਜੀ ਨੇ ਵਾਹ 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 ਦਾ ਅਭਿਆਸ ਕੀਤਾ। 9 ਯੁੱਗ ਤੱਕ ਹੇ ਹੇ ਹੇ, 9 ਯੁੱਗ ਤੱਕ ਗੋ ਗੋ ਗੋ, 9 ਯੁੱਗ ਤੱਕ ਰੂ 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 ਦਾ ਅਭਿਆਸ ਕਰਕੇ ਇਹ ਗੁਰਮੰਤਰ ਇੱਕ ਤਿਆਰ ਹੀ ਕੀਤਾ ਹੈ। 36 ਯੁੱਗ